ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਦੇਸ਼ ਪ੍ਰਦੇਸ਼ ਲਾਈਵ ਤੇ ਮੈਂ ਰਣਵੀਰ ਸੰਧੂ। ਚੜ੍ਹਦੀ ਕਲਾ ਦੇ ਪਲੇਟਫਾਰਮ ਦੇ ਮਾਧਿਅਮ ਦੇ ਜ਼ਰੀਏ ਅਸੀਂ ਤੁਹਾਡੇ ਘਰਾਂ ਤੱਕ ਪਹੁੰਚਦੇ ਹਾਂ। ਮਕਸਦ ਸਾਡਾ ਹੁੰਦਾ ਹੈ ਕਿ ਜੋ ਮਾਰਕੀਟ ਦੇ ਵਿੱਚ ਇਸ ਵਕਤ ਨਿਊਜ਼ ਹੈ, ਕੋਈ ਗੱਲਬਾਤ ਹੈ, ਕੋਈ ਅਪਡੇਸ਼ਨਸ ਹੈ, ਤੁਹਾਡੇ ਤੱਕ ਲੈ ਕੇ ਆਈਏ। ਸੋ ਕੈਨੇਡਾ ਨੂੰ ਲੈ ਕੇ ਕਾਫੀ ਸਾਰੇ ਸਵਾਲ ਸਾਡੇ ਤੱਕ ਪਹੁੰਚਦੇ ਨੇ। ਰਿਫਿਊਜ਼ ਕੇਸ ਬਹੁਤ ਕਨਫਿਊਜ਼ ਹੈ ਬੱਚਾ, ਕਿ ਸੇਮ ਸਥਿਤੀ ਦੇ ਵਿੱਚ ਲਾਇਆ ਜਾਵੇ, ਪ੍ਰੋਗਰੈਸ਼ਨ ਵੱਲ ਚੱਲੀਏ, ਫੰਡ ਜ਼ਿਆਦਾ ਸ਼ੋਅ ਕੀਤੇ ਜਾਣ, ਆਇਲਸ ਨੂੰ ਦੁਬਾਰਾ ਰਿਪੀਟ ਕੀਤਾ ਜਾਵੇ। ਸੈਕਿੰਡ, ਉਹ ਬੱਚੇ ਨੇ ਜਿਹੜੇ ਇੱਕ ਦੂਜੇ ਤੋਂ ਸਬਕ ਸਿੱਖ ਰਹੇ ਨੇ ਕਿ ਮੈਂ 6 ਮਹੀਨੇ ਹੋ ਗਏ, 8 ਮਹੀਨੇ ਫਸਿਆ ਜੀ, ਉਹ ਕਾਲਜ ਨੂੰ ਲੈ ਕੇ, ਕੋਰਸਿਸ ਨੂੰ ਲੈ ਕੇ ਬਹੁਤ ਸਾਰਾ ਸਵਾਲ ਕਰਦੇ ਨੇ। ਥਰਡ, ਬੱਚੇ ਜਿਹੜੇ ਐਡਮਿਸ਼ਨਸ ਨੂੰ ਲੈ ਕੇ ਜਨਵਰੀ ਔਰ ਮਈ ਦੀਆਂ ਗੱਲਾਂ ਕਰ ਰਹੇ ਨੇ। ਸੋ ਤਿੰਨੇ ਕੇਸਾਂ ਬਾਰੇ ਅਸੀਂ ਚਰਚਾ ਕਰਾਂਗੇ। ਅੱਜ ਸਾਡੇ ਨਾਲ ਕ੍ਰੀਏਟਿਵ ਫਿਊਚਰ ਤੋਂ ਮੇਰੇ ਨਾਲ ਇਸ ਵਕਤ ਗੁਰਪ੍ਰੀਤ ਜੀ ਮੌਜੂਦ ਨੇ। ਬਹੁਤ ਸਵਾਗਤ ਹੈ। ਥੈਂਕ ਯੂ ਰਣਵੀਰ ਜੀ। ਗੁਰਪ੍ਰੀਤ ਜੀ, ਪਹਿਲਾਂ ਤਾਂ ਮੈਂ ਅਪਡੇਟ ਪੁੱਛਣੀ ਚਾਹੁੰਦਾ ਕਿ ਖਾਸ ਅਪਡੇਟ ਹੈ ਇਸ ਵਕਤ ਕੈਨੇਡਾ ਦੀ? ਰਣਵੀਰ ਜੀ, ਜੇ ਆਪਾਂ ਅਪਡੇਟ ਦੀ ਗੱਲ ਕਰੀਏ, ਬੱਚਿਆਂ ਦੇ ਜਿਨ੍ਹਾਂ ਦੇ ਰਿਜ਼ਲਟਸ ਸੀਗੇ ਸਤੰਬਰ ਦੇ, ਉਹ ਡਿਕਲੇਅਰ ਹੋ ਚੁੱਕੇ ਨੇ। ਬੱਚੇ ਆਪਣੀ ਫਲਾਈਟ ਦੀਆਂ ਜਿਹੜੀਆਂ ਤਿਆਰੀਆਂ ਕਰ ਰਹੇ ਨੇ ਕਿ ਅਸੀਂ ਇਨਡਾਇਰੈਕਟ ਫਲਾਈਟ 'ਤੇ ਜਿਹੜੀਆਂ ਚੱਲ ਰਹੀਆਂ ਨੇ ਉਹ ਲੈ ਕੇ ਫਲਾਈ ਕਰੀਏ ਜਾਂ ਕਿਵੇਂ ਕਰੀਏ, ਅਤੇ ਉਹ ਹਰ ਬੱਚੇ ਦਾ ਆਪਣਾ ਡਿਸੀਜ਼ਨ ਆ। ਉਹਦੇ ਹਿਸਾਬ ਨਾਲ ਉਹਨੂੰ ਅਸੀਂ ਗਾਈਡ ਕਰ ਰਹੇ ਹਾਂ ਕਿ ਜੇ ਬੱਚਾ ਆਪਣਾ 2 ਤੋਂ 2.5 ਲੱਖ ਦੀ ਜਿਹੜੀ ਟਿਕਟ ਪੈ ਰਹੀ ਹੈ, ਜੇ ਤਾਂ ਖਰਚ ਸਕਦਾ ਹੈ ਬੱਚਾ, ਅਤੇ ਉਹ ਖਰਚ ਕੇ ਜਾ ਰਿਹਾ ਹੈ। ਬਾਕੀ ਕੁਝ ਬੱਚੇ ਆਪਣੀਆਂ ਇੱਥੋਂ ਕਲਾਸਿਸ ਵੀ ਕੰਟੀਨਿਊ ਕਰ ਰਹੇ ਨੇ ਅਤੇ ਕੰਟੀਨਿਊ ਕਰ ਸਕਦੇ ਨੇ। ਔਰ ਜਨਵਰੀ ਇਨਟੇਕ ਦੀਆਂ ਜਿਹੜੀਆਂ ਤਿਆਰੀਆਂ ਸਾਡੀਆਂ ਨੇ ਹੋ ਚੁੱਕੀਆਂ ਨੇ। ਜਨਵਰੀ ਇਨਟੇਕ ਦੇ ਜਿਹੜੀਆਂ ਐਡਮਿਸ਼ਨਸ ਨੇ, ਹੋਪਫੁਲੀ ਸਾਰੀਆਂ ਜਿਹੜੇ ਬੱਚੇ ਆ ਸਾਡੇ ਕੋਲ ਜਿਨ੍ਹਾਂ ਨੇ ਅਪਲਾਈ ਕਰਨਾ ਸੀ ਕਰ ਰਹੇ ਨੇ। ਔਰ ਉਮੀਦ ਹੈ ਕਿ ਬੱਚੇ ਇਸ ਮਹੀਨੇ ਦੇ ਵਿੱਚ ਅਪਲਾਈ ਕਰ ਲੈਣ, ਕਿਉਂਕਿ ਅੱਗੇ ਸੀਟਸ ਜਿਹੜੀਆਂ ਲਿਮਟਿਡ ਰਹਿ ਰਹੀਆਂ ਸਾਡੇ ਕੋਲ। ਜਿਵੇਂ ਆਪਾਂ ਕੋਰਸ, ਕਾਲਜ ਚੋਇਸ ਦੀ ਗੱਲ ਕਰਦੇ ਹਾਂ, ਲੋਕੇਸ਼ਨ ਦੀ ਚੋਇਸ ਆ, ਹੋ ਸਕਦਾ ਜਨਵਰੀ ਇਨਟੇਕ 'ਤੇ ਅੱਗੇ ਜਾ ਕੇ ਬੱਚਿਆਂ ਨੂੰ ਨਾ ਮਿਲੇ। ਔਰ ਜਿਹੜੀ ਕੋਵਾਸ਼ੀਲਡ ਵੈਕਸੀਨੇਸ਼ਨ ਆ, ਬੱਚੇ ਜਿਹੜੇ ਫਲਾਈ ਕਰ ਰਹੇ ਨੇ ਉਹਨਾਂ ਦੀ ਵੈਕਸੀਨੇਸ਼ਨ ਨੂੰ 14 ਦਿਨ ਹੋਣੇ ਚਾਹੀਦੇ ਆ। ਜਿਹੜੀ ਉਹ ਲਗਵਾ ਰਹੇ ਨੇ ਉਹ ਲਗਵਾ ਕੇ ਆਪਣੀ ਜਾ ਸਕਦੇ ਨੇ। ਜੇ ਬੱਚੇ ਦੇ ਵੈਕਸੀਨੇਸ਼ਨ ਨਹੀਂ ਹੋਈ ਤਾਂ ਉੱਥੇ ਉਹਨੂੰ ਜਾ ਕੇ ਜਿਹੜਾ ਹੈ ਕੁਆਰੰਟਾਈਨ ਹੋਣਾ ਪਊਗਾ। ਇਹ ਸਾਰੀਆਂ ਦੀ ਅਪਡੇਟ ਜਿਹੜੀ ਆ ਬੱਚਿਆਂ ਨੂੰ ਨਾਲ ਦੇ ਨਾਲ ਸਾਡੇ ਕੋਲ ਜਿਨ੍ਹਾਂ ਦੇ ਵੀਜ਼ਾਸ ਗ੍ਰਾਂਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਦੇ ਰਹੇ ਨੇ, ਤੇ ਸਾਡੇ ਕਾਫੀ ਬੱਚੇ ਜਿਹੜੇ ਆ ਫਲਾਈ ਕਰ ਚੁੱਕੇ ਨੇ। ਕਾਲਸ ਆ ਰਹੀਆਂ, ਕਾਲਸ ਲੈਣੇ ਆਪਾਂ। ਹੈਲੋ ਜੀ। ਹੈਲੋ। ਹਾਂਜੀ ਹਾਂਜੀ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ? ਸਰ, ਮੈਂ ਨਾ +2 2017 ਦੇ ਵਿੱਚ ਕੀਤੀ ਹੈ ਜੀ। ਮੇਰੇ ਆਇਲਸ ਸਕੋਰ 6 ਹੈ ਜੀ ਓਵਰਆਲ, ਤੇ ਮੇਰਾ ਫਿਰ 4 ਈਅਰ ਦਾ ਗੈਪ ਹੈ ਜੀ। ਮੈਂ ਤਾਂ ਹੀ ਨਹੀਂ ਵੀਜ਼ਾ ਅਪਲਾਈ ਕੀਤਾ। ਮੇਰਾ ਗੈਪ ਕਵਰ ਹੋ ਜਾਏਗਾ? ਕੀ ਕੀਤਾ ਤੁਸੀਂ 4 ਈਅਰ? ਹੈਲੋ ਹਾਂਜੀ ਸਰ। ਮੈਮ, ਤੁਸੀਂ ਗੈਪ ਦੀ ਕੀ ਸਵਾਲ ਕੀ ਪੁੱਛਣਾ ਚਾਹ ਰਹੇ ਹੋ ਬੇਸਿਕਲੀ? ਸਰ, ਮੈਂ 2017 ਦੇ ਵਿੱਚ ਪਲੱਸ ਕੀਤਾ, ਮੇਰਾ 4 ਈਅਰ ਦਾ ਗੈਪ ਹੈ ਸਰ, ਇਸ ਕਰਕੇ ਮੈਂ ਵੀਜ਼ਾ ਅਪਲਾਈ ਨਹੀਂ ਕੀਤਾ। 4 ਈਅਰ ਦਾ ਜੀ। ਮੈਮ ਦੱਸੋ ਜੀ, ਕਿ 4 ਈਅਰ ਤੋਂ ਸਟੱਡੀ ਨਹੀਂ ਕੀਤੀ, ਉਸ ਤੋਂ ਬਾਅਦ ਜਿਵੇਂ 2 ਸਾਲ ਕਰੋਨਾ 'ਚ ਬੀਤ ਕੇ, 2 ਪਹਿਲਾਂ ਬੀਤ ਕੇ, ਜੇ ਸਟੂਡੈਂਟ ਨੂੰ ਕੀ ਕਰਨਾ ਚਾਹੀਦਾ? ਰਣਬੀਰ ਜੀ, ਐਵੇਂ ਦੇ ਸਟੂਡੈਂਟ ਨੂੰ ਇਹ ਕਰਨਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਗੈਪ ਆ ਤੁਹਾਡੇ ਕੋਲ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ। ਇਹ 4 ਸਾਲਾਂ ਦੇ ਵਿੱਚ ਤੁਸੀਂ ਕੀ ਕਰਦੇ ਰਹੇ ਸੀ, ਤੁਹਾਡੀ ਪੜ੍ਹਾਈ ਜਿਹੜੀ ਉਹ ਕਿਉਂ ਛੁੱਟ ਗਈ ਸੀ, ਕੀ ਰੀਜ਼ਨ ਸੀਗੇ, ਉਹ ਜਸਟੀਫਿਕੇਸ਼ਨ ਅਸੀਂ ਵੀਜ਼ਾ ਅਫਸਰ ਨੂੰ ਦੇ ਕੇ ਅਸੀਂ ਵੀਜ਼ਾ ਅਪਲਾਈ ਕਰ ਸਕਦੇ ਹਾਂ। ਜਿਵੇਂ ਤੁਸੀਂ ਕਹਿ ਰਹੇ ਹੋ, ਤੁਸੀਂ ਵੇਟ ਕਰ ਰਹੇ ਹੋ, ਅਪਲਾਈ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ। ਗੈਪ ਦੇ ਨਾਲ ਆਪਾਂ ਜਨਵਰੀ ਇਨਟੇਕ ਆਪਣੇ ਹੱਥ 'ਚੋਂ ਨਾ ਗਵਾਈਏ, ਜਨਵਰੀ ਇਨਟੇਕ ਲਈ ਆਪਾਂ ਅਪਲਾਈ ਕਰੀਏ। ਔਰ ਜਿਹੜਾ ਇਹ ਜਸਟੀਫਿਕੇਸ਼ਨ ਹੈ ਇਨ ਬਿਟਵੀਨ ਜੋ ਵੀ ਬੱਚੇ ਨੇ ਕੀਤਾ ਹੈ ਉਹੀ ਆਪਾਂ ਦੱਸਾਂਗੇ। ਜਿਵੇਂ ਬੱਚਾ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕੀ ਮੇਰਾ ਗੈਪ ਬਣ ਸਕਦਾ ਹੈ ਜਾਂ ਹੋ ਸਕਦਾ ਹੈ, ਬਣਾਉਣਾ ਆਪਾਂ ਕੁਛ ਨਹੀਂ ਹੈ। ਜੋ ਤੁਸੀਂ ਕੀਤਾ ਹੈ ਉਹੀ ਆਪਾਂ ਵੀਜ਼ਾ ਅਫਸਰ ਨੂੰ ਦਿਖਾਉਣਾ ਹੈ ਕਿ ਅਸੀਂ ਕੈਰੀਅਰ ਕੌਨਸ਼ੀਅਸ ਸੀਗੇ, ਸਾਡੇ ਇਹ ਰੀਜ਼ਨ ਸੀਗੇ, ਅਸੀਂ ਇਸ ਰੀਜ਼ਨ ਕਰਕੇ ਜਿਹੜੀ ਸਟੱਡੀ ਹੈ ਉਹ ਡਰੋਪ ਕੀਤੀ ਹੈ। 4 ਸਾਲ ਦਾ ਜਿਹੜਾ ਸਾਡਾ ਗੈਪ ਪੈ ਗਿਆ, ਆਪਣੇ ਗੈਪ ਨੂੰ ਜਸਟੀਫਾਈ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਗੁਰਪ੍ਰੀਤ ਜੀ, ਜਿਵੇਂ ਮੈਂ ਅੱਜ 3 ਮੁੱਦੇ ਚੱਕੇ, ਸਭ ਤੋਂ ਪਹਿਲਾਂ ਆ ਗਿਆ ਆਪਣਾ ਰਿਫਿਊਜ਼ਲ ਦਾ ਮੁੱਦਾ ਜੀ, ਦੂਸਰਾ ਫਰੈਸ਼ ਕੇਸ, ਤੀਸਰਾ ਉਹ ਵਿਦਿਆਰਥੀ ਜਿਹੜਾ ਇਸ ਗੱਲੋਂ ਇੱਕ ਦੂਜੇ ਨੂੰ ਪੁੱਛ ਰਿਹਾ ਹੈ ਕਿ ਸਾਡਾ ਰਿਸ਼ਤੇਦਾਰ ਆ, ਮੇਰਾ ਦੋਸਤ, ਮੇਰੇ ਸਰਕਲ ਦੇ ਵਿੱਚੋਂ ਕੋਈ ਵਿਅਕਤੀ 8 ਮਹੀਨੇ ਪਹਿਲਾਂ ਵੀਜ਼ਾ ਅਪਲਾਈ ਕਰਦਾ, ਉਹਦਾ ਵੀਜ਼ਾ ਨਹੀਂ ਆਇਆ, ਫਲਾਣੇ ਏਜੰਟ ਕੋਲ ਫਲਾਣੇ ਨੇ ਕੀਤਾ, ਉਹਦਾ ਜਲਦੀ ਆ ਗਿਆ। ਹਾਲਾਂਕਿ ਕਿਸੇ ਵੀ ਕੰਸਲਟੈਂਟਸ ਦਾ ਕੋਈ ਰੋਲ ਨਹੀਂ ਇਹਦੇ 'ਚ। ਕਾਲਜ ਵਾਈਜ਼ ਹੈ, ਬਹੁਤ ਸਾਰੀਆਂ ਕੰਪਨੀਆਂ ਸਾਡੇ ਕੋਲ ਆਉਂਦੀਆਂ, ਬੜੀ ਅੱਛੀਆਂ, ਬੜੀ ਨਾਮੀ ਨੇ, 1.5 ਸਾਲ ਹੋ ਗਏ, ਕੋਈ ਵੀ ਰਿਜ਼ਲਟ ਨਹੀਂ ਆਇਆ। ਇਹਦਾ ਮਤਲਬ ਇਹ ਨਹੀਂ ਕਿ ਕੰਪਨੀ 'ਚ ਕਸੂਰ ਹੈ ਕੋਈ, ਜਾਂ ਕੰਪਨੀ ਨੇ ਫਾਈਲ ਗਲਤ ਲਾਈ ਹੈ। ਇਸ ਮੁੱਦੇ ਦੇ ਬਾਅਦ ਚਾਹਾਂਗੇ। ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਜੇ ਰਿਫਿਊਜ਼ਲ ਹੈ ਜੀ, ਉਹਦਾ ਹੱਲ ਕੀ ਹੈਗਾ? ਰਣਬੀਰ ਜੀ, ਦੇਖੋ, ਰਿਫਿਊਜ਼ਲ ਜਿਹੜੀ ਬੱਚਿਆਂ ਦੀ ਆਈ ਆ ਉਹਦਾ ਹੱਲ ਇਹ ਆ ਕਿ ਸਭ ਤੋਂ ਪਹਿਲਾਂ ਸਾਨੂੰ ਰੀਜ਼ਨ ਜਾਣਨਾ ਚਾਹੀਦਾ ਹੈ ਕਿ ਸਾਡੀ ਰਿਫਿਊਜ਼ਲ ਦਾ ਕੀ ਰੀਜ਼ਨ ਰਿਹਾ। ਜੇ ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਰੀਜ਼ਨ ਜਿਹੜਾ ਸਾਡਾ ਜੈਨੂਅਨ ਨਹੀਂ ਹੈ, ਸਾਨੂੰ ਇਹ ਰੀਜ਼ਨ ਵੀਜ਼ਾ ਅਫਸਰ ਨੇ ਨਹੀਂ ਦੇਣਾ ਚਾਹੀਦਾ, ਸਾਨੂੰ ਕੈਪ ਨੋਟ ਆ ਉਹ ਕਢਵਾ ਲੈਣੇ ਚਾਹੀਦੇ ਆ। ਸਾਨੂੰ ਦੁਬਾਰਾ ਆਪਣੀ ਫਾਈਲ ਜਿਹੜੀ ਆ ਉਹ ਜਿਹੜੀ ਰੀਲਾਂਚ ਕਰਨੀ ਚਾਹੀਦੀ ਹੈ, ਚਾਹੇ ਅਸੀਂ ਜਨਵਰੀ ਇਨਟੇਕ ਲਈ ਕਰੀਏ। ਜੇ ਤਾਂ ਸਾਨੂੰ ਕੋਰਸ ਨਾਲ ਰੈਲੇਵੈਂਟ ਸਾਨੂੰ ਸੀਟ ਜਨਵਰੀ ਇਨਟੇਕ ਲਈ ਮਿਲ ਰਹੀ ਆ ਤਾਂ ਬਹੁਤ ਵਧੀਆ ਗੱਲ ਆ, ਸਾਨੂੰ ਜਨਵਰੀ ਇਨਟੇਕ 'ਚ ਅਪਲਾਈ ਕਰ
ਕਰ ਲੈਣਾ ਚਾਹੀਦਾ ਹੈ। ਦੂਸਰੀ ਗੱਲ ਆ, ਜੇ ਬੱਚਾ ਕਹਿੰਦਾ ਹੈ ਕਿ ਮੈਂ ਆਈਲੈਟਸ ਰਿਪੀਟ ਤੇ ਜਾਣਾ, ਦੇਖੋ ਜੀ ਮੈਨੂੰ ਲੱਗਦਾ ਮੇਰਾ ਆਈਲੈਟਸ ਸਕੋਰ ਕਰਕੇ ਕਿਤੇ ਨਾ ਕਿਤੇ ਰਿਫਿਊਜ਼ ਹੋਇਆ, ਤੇ ਉੱਥੇ ਫਿਰ ਅਸੀਂ ਵੀ ਬੱਚੇ ਨੂੰ ਕਹਿੰਦੇ ਆ ਕਿ ਤੁਸੀਂ ਆਪਣੀ ਆਈਲੈਟਸ ਦੀ ਤਿਆਰੀ ਕਰਕੇ ਆਪਣਾ ਆਈਲੈਟਸ ਰਿਪੀਟ ਕਰ ਲਓ, ਕਿਉਂਕਿ ਸਰਕਮਸਟੈਂਸਿਸ ਕੋਈ ਵੀ ਹੋ ਸਕਦੇ ਆ ਬੱਚੇ ਦੇ ਰਿਫਿਊਜ਼ ਹੋਣ ਦੇ। ਜੇ ਤਾਂ ਉਹਨਾਂ ਨੇ ਆਈਲੈਟਸ ਸਕੋਰ ਕਰਕੇ ਬੱਚੇ ਨੂੰ ਰਿਫਿਊਜ਼ ਕੀਤਾ ਹੈ ਕਿ ਆਈਲੈਟਸ ਜਿਹੜਾ ਲੋ ਪਰਫਾਰਮੈਂਸ ਬੱਚੇ ਦੀ ਗਈ ਆ ਲੈਂਗੁਏਜ ਐਬਿਲਿਟੀ ਦੇ ਵਿੱਚੋਂ, ਤਾਂ ਆਪਾਂ ਬੱਚੇ ਨੂੰ ਆਈਲੈਟਸ ਰਿਪੀਟ ਤੇ ਪਾਉਂਦੇ ਹਾਂ। ਹੁਣ ਦੇਖਣਾ ਪੈਂਦਾ ਹੈ ਕਿ ਰਿਫਿਊਜ਼ਲ ਵਾਲਾ ਬੱਚਾ ਕਿਸ ਰੀਜ਼ਨ ਕਰਕੇ ਰਿਫਿਊਜ਼ ਆ, ਜੇ ਇਸ ਰੀਜ਼ਨ ਕਰਕੇ ਉਵੇਂ ਦੀ ਗਾਈਡੈਂਸ ਅਸੀਂ ਬੱਚਿਆਂ ਨੂੰ ਦੇ ਕੇ ਅੱਗੇ ਚੱਲ ਰਹੇ ਆ, ਬਟ ਰੀਅਪਲਾਈ ਬੱਚੇ ਉਹ ਕਰ ਸਕਦੇ। ਹੈਲੋ ਜੀ, ਹਾਂਜੀ हेलो, हाँ जी सर। ਹਾਂਜੀ ਹਾਂਜੀ, ਕੀ ਸਵਾਲ ਹੈ ਜੀ मैम? सवाल पूछो जी। क्वेरी थी हमारी। हाँ जी हाँ जी। हमने कनाडा स्टडी वीजा अप्लाई करना है, बट हमारे एक मॉड्यूल में 5.5 बैंड स्कोर है। एक मॉड्यूल 5.5 बैंड है ਤੁਹਾਡੇ ਪਲੱਸ 2 ਤੋਂ ਬਾਅਦ ਹੈ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਹੈ ਤੁਹਾਡੀ ਫਾਈਲ? प्लस 2 के बाद है सर। ਪਲੱਸ 2 ਤੋਂ ਬਾਅਦ। ਰਿਪੀਟ ਕੀਤਾ ਆਈਲੈਟਸ ਨਹੀਂ, ਤੁਸੀਂ? ਮੈਂ ਫੋਨ ਕੱਟਦਾ ਜੀ ਇਸ ਕਰਕੇ ਕਿ ਕਈ ਵਾਰੀ ਉਹ ਰਿਪਲਾਈ ਸੁਣਦੇ ਨੇ ਬੜੇ ਧਿਆਨ ਨਾਲ ਜੀ, ਤੇ ਇਕੋ ਨਹੀਂ ਆਉਂਦੀ, ਫਿਰ ਉਹਨਾਂ ਨੂੰ ਸੁਣ ਜਾਂਦਾ ਹੈ। ਇੱਕ ਮੋਡਿਊਲ ਪਹਿਲਾਂ ਤਾਂ ਆਪਾਂ ਇਸ ਗੱਲ ਕਰ ਲਈਏ ਕਿ ਰਿਪੀਟ ਤਾਂ ਸੋਲੂਸ਼ਨ ਹੈ ਹੀ ਹੈਗਾ ਕਿ ਦੁਬਾਰਾ ਕਰ ਲੈਣ, ਪਰ ਕਈ ਵਾਰ 2-2 3-3 ਵਾਰ ਕਰਕੇ ਵੀ ਬੱਚਾ ਫੈਡ ਅਪ ਹੋਇਆ ਹੁੰਦਾ ਹੈ ਰਣਵੀਰ ਜੀ। ਉਸ ਸਿਚੁਏਸ਼ਨ 'ਚ ਅਸੀਂ ਬੱਚੇ ਨੂੰ ਰਿਪੀਟ ਤੇ ਨਹੀਂ ਪਾਉਂਦੇ ਕਿ ਬੱਚੇ ਨੇ 2 ਵਾਰ 3 ਵਾਰ 4 ਵਾਰ ਪੇਪਰ ਦੇ ਲਿਆ। ਜੇ ਬੱਚੇ ਨੇ ਪਹਿਲੀ ਵਾਰ ਪੇਪਰ ਦਿੱਤਾ ਦੁਬਾਰਾ ਰਿਪੀਟ ਕਰ ਸਕਦਾ ਬੱਚਾ ਤਾਂ ਕਰ ਲੇ, ਬਹੁਤ ਵਧੀਆ ਗੱਲ ਆ। ਜੇ ਬੱਚਾ ਕਹਿੰਦਾ ਮੈਨੂੰ ਇਸੇ ਆਈਲੈਟ ਸਕੋਰ ਤੇ ਅਪਲਾਈ ਕਰਨਾ, ਕਿਊਬਿਕ ਅਪਲਾਈ ਕਰ ਸਕਦਾ ਹੈ, ਕਿਉਂਕਿ ਐਸਡੀਐਸ ਨੌਨ ਐਸਡੀਐਸ ਕੈਟਾਗਰੀ 'ਚ ਕਿਤੇ ਨਾ ਕਿਤੇ ਬੱਚਾ ਬਾਕੀ ਜਿਹੜੇ ਹੈਗੇ ਆ ਪ੍ਰੋਵਿੰਸ ਆ ਉੱਥੇ ਬੱਚਾ ਇੰਨੇ ਉਹਨਾਂ ਦੇ ਮਾਈਂਡ 'ਚ ਆਉਂਦਾ ਬੱਚੇ ਦੇ ਕਿ ਮੈਂ ਐਸਡੀਐਸ ਜਾਣਾ, ਨੌਨ ਐਸਡੀਐਸ ਨਹੀਂ ਜਾਣਾ। ਕਿਊਬਿਕ ਦੇ ਵਿੱਚ ਜੇ ਬੱਚਾ ਅਪਲਾਈ ਕਰਦਾ ਹੈ ਤੇ ਕਿਊਬਿਕ ਦੇ ਵਿੱਚ ਬੱਚੇ ਨੂੰ ਅੱਛਾ ਜਿਹੜਾ ਸਕਸੈਸ ਰੇਟ ਵੀ ਜਿਹੜਾ ਅੱਛਾ ਮਿਲ ਰਿਹਾ, ਉੱਪਰ ਤੋਂ ਬੱਚੇ ਦੀਆਂ ਜਿਹੜੀਆਂ ਵਰਕ ਪਰਮਿਟ ਵਾਲੇ ਕਾਲਜ ਦੀਆਂ ਜਿਹੜੀਆਂ ਇਨਕੁਆਇਰੀਜ਼ ਨੇ, ਹੋਰ ਅਦਰ ਇਨਕੁਆਇਰੀਜ਼ ਨੇ ਕੱਲ ਨੂੰ ਪੀਆਰ ਨੂੰ ਲੈ ਕੇ, ਉਹ ਸਾਰੀਆਂ ਬੱਚੇ ਦੀਆਂ ਉੱਥੇ ਫੁੱਲਫਿਲ ਹੁੰਦੀਆਂ ਨੇ। ਜਿਹੜਾ ਕਿਊਬਿਕ ਵਾਲਾ 2 ਚੋਂ 5.5 ਹੈ, 1 ਚੋਂ 5.5 ਵਾਲਿਆਂ ਲਈ ਕਿਊਬਿਕ ਬਹੁਤ ਵਧੀਆ ਆਪਸ਼ਨ ਹੈ। ਕਿਤੇ ਨਾ ਕਿਤੇ ਬੱਚਿਆਂ ਦੇ ਮਾਈਂਡ ਦੇ ਵਿੱਚ ਇਹ ਚੀਜ਼ਾਂ ਚਲੀਆਂ ਗਈਆਂ ਸੀ, ਕਿਊਬਿਕ ਦੇ ਰਿਜ਼ਲਟ ਰੁਕੇ ਹੋਏ ਆ, ਤੇ ਉਦੋਂ ਵੀ ਮੈਂ ਇਹੀ ਬੋਲ ਰਹੀ ਸੀ ਕਿ ਕਿਊਬਿਕ ਦੇ ਰਿਜ਼ਲਟ ਨਹੀਂ ਰੁਕੇ ਹੋਏ, ਪੂਰੇ ਕੈਨੇਡਾ ਦੇ ਪ੍ਰੋਵਿੰਸ ਦੇ ਜੇ ਰਿਜ਼ਲਟ ਰੁਕੇ ਆ ਤੇ ਸਾਰੇ ਪ੍ਰੋਵਿੰਸਸ ਦੇ ਰੁਕੇ ਹੋਏ ਆ, ਟੋਰਾਂਟੋ ਦੇ ਵੀ ਰੁਕੇ ਹੋਏ, ਵੈਨਕੂਵਰ ਕਾਲਜ ਦੇ ਵੀ ਰੁਕੇ ਹੋਏ ਆ। ਹਾਂ, ਜੇ ਬੱਚਾ ਜਿਹੜੇ ਕਾਲਜ ਉਹਦੇ ਵਿੱਚ ਆਏ ਸੀਗੇ ਵੀ ਉਹ ਇਨਕੁਆਇਰੀ ਲਿਸਟ ਦੇ ਵਿੱਚ, ਉਹਨਾਂ ਕਾਲਜਾਂ 'ਚ ਨਾ ਐਡਮਿਸ਼ਨ ਲੈ ਕੇ ਹੋਰ ਵੀ 30 ਇੰਸਟੀਟਿਊਟ ਸਾਡੇ ਕੋਲ ਅਵੇਲੇਬਲ ਨੇ। ਜੇ ਬੱਚਾ ਐਡਮਿਸ਼ਨ ਲੈਣਾ ਚਾਹੁੰਦਾ ਤੇ ਅਸੀਂ ਉਹਦੀ ਅਰੇਂਜ ਕਰਵਾ ਸਕਦੇ ਹਾਂ। ਇਸ ਆਈਲੈਟ ਸਕੋਰ ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਕਿਊਬਿਕ ਆਪਸ਼ਨ ਲਓ, ਬਹੁਤ ਵਧੀਆ ਆਪਸ਼ਨ ਆ ਤੁਹਾਡੇ ਲਈ। ਅੱਛਾ ਗੁਰਪ੍ਰੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਸੀ ਰੀਜ਼ਨਸ ਦੀ, ਰੀਜ਼ਨ ਆਮ ਤੌਰ ਤੇ ਕੈਨੇਡਾ ਦੇ ਵਿੱਚ ਵਾਪਸ ਨਹੀਂ ਆਉਣਾ, ਪ੍ਰੋਗਰੈਸ਼ਨਸ ਅਕੈਡਮਿਕ ਪ੍ਰੋਗਰੈਸ਼ਨਸ ਆ ਰਹੀ ਹੈ ਅੱਜ ਕੱਲ੍ਹ, ਇਸ ਤੋਂ ਇਲਾਵਾ ਤੁਹਾਡਾ ਸਟੱਡੀ ਪਲਾਨ ਠੀਕ ਨਹੀਂ ਹੈ, ਜਿਹੜੇ ਕੇਪਸ ਨੋਟ ਦੇ ਵਿੱਚ ਆ ਰਹੇ ਨੇ। ਅਦਰਵਾਈਜ਼ ਤਾਂ ਆਉਂਦਾ ਕਿ ਤੁਹਾਡਾ ਕੋਰਸ ਰੈਲੇਵੈਂਟ ਨਹੀਂ ਹੈ, ਜਾਂ ਵੀਜ਼ਾ ਅਫਸਰ ਸੈਟੀਸਫਾਈਡ ਨਹੀਂ, ਜਾਂ ਤੁਸੀਂ ਵਾਪਸ ਮੁੜ ਕੇ ਨਹੀਂ ਆਉਣਾ, ਇਸ ਤਰ੍ਹਾਂ ਦੇ ਆਉਂਦੇ। ਇਹਨਾਂ ਹਾਲਾਤਾਂ ਦੇ ਵਿੱਚ ਹਰ ਬੱਚੇ ਦਾ ਕੇਪਸ ਨੋਟ ਕਢਵਾ ਰਹੇ ਹੋ ਤੁਸੀਂ, ਜਾਂ ਕੋਈ ਕੇਸ ਹੀ ਸਿੱਧਾ ਤੁਹਾਨੂੰ ਦਿਖਦਾ ਹੈ ਕਿ ਬੱਚੇ ਦੀ ਪੜ੍ਹਾਈ ਹੋਰ ਹੈ, ਕੋਰਸ ਹੋਰ ਲੈ ਲਿਆ ਤੇ ਉਹਨੂੰ ਫਿਰ ਕੋਰਸ ਸਹੀ ਦਿੱਤਾ ਜਾਵੇ? ਹਾਂ ਬਿਲਕੁਲ ਰਣਬੀਰ ਜੀ, ਜੇ ਤਾਂ ਸਾਨੂੰ ਕਮੀ ਪੇਸ਼ੀ ਬਿਨਾਂ ਕੇਪ ਨੋਟ ਤੋਂ ਸਮਝ ਆਉਂਦੀ ਆ ਬੱਚੇ ਦੀ, ਕਿ ਅਸੀਂ ਆਪਣੀ ਜੋ ਵੀ ਸਾਡਾ ਐਕਸਪੀਰੀਅੰਸ ਆ ਹੁਣ ਤੱਕ ਦਾ, ਕਿ ਅਸੀਂ ਸਮਝ ਪਾਉਂਦੇ ਹਾਂ ਕਿ ਬੱਚੇ ਦੀ ਹਾਂ ਰਿਫਿਊਜ਼ਲ ਇਸ ਰੀਜ਼ਨ ਕਰਕੇ ਆ, ਰੈਲੇਵੈਂਟ ਕੋਰਸ ਨਹੀਂ ਸੀਗਾ ਬੱਚੇ ਦਾ, ਜਾਂ ਐਸਓਪੀ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਬੱਚਾ ਜਿਹੜਾ ਫਾਈਨੈਂਸ਼ਲੀ ਫੰਡਿੰਗ ਨੂੰ ਜਾਂ ਬੱਚੇ ਨੇ ਸਹੀ ਤਰੀਕੇ ਨਾਲ ਵੀਜ਼ਾ ਅਫਸਰ ਨੂੰ ਸੈਟੀਸਫਾਈ ਨਹੀਂ ਕਰਾ ਸਕਿਆ, ਉਹਨਾਂ ਚੀਜ਼ਾਂ ਦੇ ਬਿਹਾਵ ਤੇ ਅਸੀਂ ਦੇਖਦੇ ਹਾਂ। ਜੇ ਬੱਚੇ ਦਾ ਕੋਰਸ ਵੀ ਰੈਲੇਵੈਂਟ ਹੈ, ਬੱਚੇ ਦਾ ਆਈਲੈਟ ਸਕੋਰ ਵੀ ਠੀਕ ਹੈ, ਬੱਚੇ ਦੀ ਫੰਡਿੰਗ ਵੀ ਸਹੀ ਤਰੀਕੇ ਨਾਲ ਜਿਹੜੀ ਲਾਈ ਗਈ ਹੈ, ਐਸਓਪੀ ਦੇ ਵਿੱਚ ਵੀ ਕੋਈ ਕਮੀ ਪੇਸ਼ੀ ਨਹੀਂ ਹੈ, ਬੱਚਾ ਕੋਲ ਐਸਓਪੀ ਦੀ ਵੀ ਕਾਪੀ ਹੁੰਦੀ ਹੈ। ਕਈ ਵਾਰ ਬੱਚੇ ਕੋਲ, ਕਈ ਬੱਚਿਆਂ ਕੋਲ ਕੁਝ ਵੀ ਨਹੀਂ ਹੁੰਦਾ ਕਿ ਮੈਂ ਅਪਲਾਈ ਕੀਤਾ ਸੀ, ਪੈਕੇਜ ਸਿਸਟਮ ਸੀ, ਮੈਮ ਮੇਰੇ ਕੋਲ ਕੁਝ ਨਹੀਂ ਆ, ਤੇ ਉਹਨਾਂ ਬੱਚਿਆਂ ਦਾ ਆਪਾਂ ਕੇਪ ਨੋਟ ਕਢਵਾ ਰਹੇ ਹਾਂ। ਬਟ ਜਿਹੜੇ ਬੱਚੇ ਦਾ ਸਾਨੂੰ ਲੱਗ ਰਿਹਾ ਹੈ ਜਿਵੇਂ ਕਿਸੇ ਵੀ ਸਾਨੂੰ ਸਮਝ ਨਹੀਂ ਆ ਰਿਹਾ ਰਿਫਿਊਜ਼ਲ ਕਿਉਂ ਆ, ਉਹਨਾਂ ਬੱਚਿਆਂ ਦਾ ਆਪਾਂ ਕੇਪ ਨੋਟ ਕਢਵਾ ਰਹੇ ਹਾਂ। ਆਪਾਂ ਜਿਹੜੇ ਬੱਚਿਆਂ ਦਾ ਸਾਨੂੰ ਸਮਝ ਆ ਰਿਹਾ ਰਿਫਿਊਜ਼ਲ ਦਾ ਰੀਜ਼ਨ ਕੀ ਆ, ਉਹਨਾਂ ਤੇ ਕੇਪ ਨੋਟ ਆਪਾਂ ਬੱਚੇ ਨੂੰ ਸੁਜੈਸਟ ਨਹੀਂ ਕਰ ਰਹੇ। ਸਿਰਫ ਜਿਨ੍ਹਾਂ ਬੱਚਿਆਂ ਦੀ ਸਾਨੂੰ ਸਮਝ ਨਹੀਂ ਆ ਰਹੀ ਕਿ ਬੱਚੇ ਨੂੰ ਖੁਦ ਨੂੰ ਹੀ ਨਹੀਂ ਪਤਾ ਪ੍ਰੋਫਾਈਲ ਬਾਰੇ, ਉਹਨਾਂ ਬੱਚਿਆਂ ਨੂੰ ਅਸੀਂ ਕੇਪ ਨੋਟ ਜਿਹੜੇ ਉਹ ਗਾਈਡ ਕਰ ਰਹੇ ਹਾਂ। ਹੈਲੋ ਜੀ। ਹੈਲੋ। ਹਾਂਜੀ ਹੈਲੋ। ਹਾਂਜੀ ਹਾਂਜੀ, ਕੀ ਸਵਾਲ ਹੈ ਜੀ? ਹਾਂਜੀ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਸਰ ਜੀ, ਮੇਰੀ ਨਾ 2 ਵਾਰ ਰਿਫਿਊਜ਼ਲ ਆ ਚੁੱਕੀ ਹੈ ਕੈਨੇਡਾ ਐਮਬੈਸੀ ਤੋਂ ਜੀ, ਤੇ ਜੇ ਮੈਂ ਤੀਜੀ ਵਾਰ ਫਾਈਲ ਲਾਵਾਂ ਦੁਬਾਰਾ ਰਿਫਿਊਜ਼ਲ ਤਾਂ ਨਹੀਂ ਆਏਗੀ? ਰਿਫਿਊਜ਼ਲ ਦੇ ਦੇਖੋ ਰੀਜ਼ਨਸ ਇਹ ਕੀ? ਮੈਮ ਇਸ ਤਰ੍ਹਾਂ ਸਵਾਲ ਨਹੀਂ ਤੁਹਾਡਾ ਠੀਕ ਹੈਗਾ ਬਿਲਕੁਲ ਵੀ, ਤੇ ਰਿਫਿਊਜ਼ਲ ਆਏਗੀ ਜਾਂ ਨਹੀਂ, ਤੁਹਾਨੂੰ ਤੁਸੀਂ ਨਾ ਪ੍ਰੋਫਾਈਲ ਦੱਸੀ ਨਾ ਕੁਝ, ਤੁਸੀਂ ਸਿੱਧਾ ਪੁੱਛ ਰਹੇ ਹੋ ਕਿ ਰਿਫਿਊਜ਼ਲ ਤਾਂ ਨਹੀਂ ਆਏਗੀ। ਕਾਰਨ ਕੀ ਆਇਆ ਰਿਫਿਊਜ਼ਲ ਦਾ? ਕਾਰਨ ਤਾਂ ਸਰ ਦੋਨੋਂ ਵਾਰ ਇਹੀ ਆਇਆ ਵੀ ਉਹ ਜਿਹੜਾ ਪਰਪਸ ਆਫ ਵਿਜ਼ਿਟ ਆਂਦਾ ਹੈ ਉਹਦੇ ਤੇ ਇੱਕੇ ਲਾਈਨ ਲਿਖੀ ਹੋਈ ਹੈ ਦੋਨੋਂ ਰਿਫਿਊਜ਼ਲ ਤੇ ਤੁਹਾਡੀ ਪ੍ਰੋਫਾਈਲ ਕੀ ਹੈ? ਪ੍ਰੋਫਾਈਲ ਸਰ ਮੇਰੇ 6 ਬੈਂਡ ਸੀਗੇ, 3 ਚ ਇੱਕ ਚ 5.5 ਸੀਗੇ ਸਿਰਫ। ਇੱਕ 5.5 ਸੀਗੇ, ਠੀਕ ਹੈ ਜੀ। ਤੁਸੀਂ ਆਪਣਾ ਜਵਾਬ ਟੀਵੀ ਤੋਂ ਲੈ ਸਕਦੇ ਹੋ। ਇਹ ਨਹੀਂ ਹੈ ਕਿ 5.5 ਦਾ ਵੀਜ਼ਾ ਨਹੀਂ ਆਉਂਦਾ। ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਗੁਰਪ੍ਰੀਤ ਜੀ ਕਿ ਜਦੋਂ
ਇੱਕ ਮੰਜਾ ਹੈ ਜਾਂ ਇੱਕ ਟੇਬਲ ਹੈ, ਉਹਦੇ 4 ਪਿੱਲਰ ਨੇ, ਹੈ ਨਾ, ਤੇ ਹਾਂਜੀ ਉਹ ਇੱਕ ਉਹਨਾਂ 'ਚੋਂ ਪਹਿਲਾਂ ਹੀ ਕਮਜ਼ੋਰ ਹੈ, ਜੀ ਤੇ ਆਪਾਂ ਇੱਕ ਹੋਰ ਤੋੜ ਦਈਏ, ਤੇ ਹੋਰ ਤੋੜ ਦਈਏ ਤਾਂ ਭਾਵ ਉਹਨੂੰ ਪ੍ਰਾਈਵੇਟ ਕਾਲਜ ਪਾ ਦਈਏ, ਉਹਨੂੰ ਕੋਰਸ ਗਲਤ ਲੈ ਦਈਏ, ਉਹਦੀ ਪ੍ਰੋਵਿੰਸ ਮਾੜੀ ਲੈ ਦਈਏ, ਸੋ ਮਤਲਬ 2 ਪਾਵੇ ਟੁੱਟ ਗਏ ਤੇ ਟੇਬਲ ਡਿੱਗ ਪਏਗਾ। ਬਿਲਕੁਲ ਜੇ ਇੱਕ ਕਮਜ਼ੋਰ ਹੈ ਕਿ ਇੱਕ 'ਚ 5.5 ਨੇ, 3 ਦਾ ਪਿੱਲਰ ਤੁਹਾਡੇ ਮਜ਼ਬੂਤ ਚਾਹੀਦੇ ਨੇ, ਇਹ ਬੜੀ ਇੱਕ ਤਰਾਸਦੀ ਹੈ ਕਿ ਜਿਹਦੇ ਇੱਕ ਮੋਡਿਊਲ 'ਚ 5.5 ਆ ਕੇ ਉਹਨੂੰ ਚੱਕ ਕੇ ਪ੍ਰਾਈਵੇਟ ਕਾਲਜ ਪਾ ਦਿੱਤਾ ਜਾਂਦਾ। ਬਿਲਕੁਲ ਰਣਬੀਰ ਜੀ 6 ਈਚ ਵਾਲੇ ਬੱਚਿਆਂ ਨੂੰ ਵੀ ਪ੍ਰਾਈਵੇਟ ਕਾਲਜਸ ਪਾਏ ਹੋਏ ਨੇ। ਸਾਡੇ ਕੋਲ ਰਿਫਿਊਜ਼ਲ ਵਾਲੇ ਬੱਚੇ ਆਏ ਨੇ, ਪਤਾ ਨਹੀਂ ਉਹਦੇ ਕੀ ਰੀਜ਼ਨਸ ਨੇ, ਕੁਛ ਉਹਦੇ ਵਿੱਚ ਮੈਨੂੰ ਸਮਝ ਨਹੀਂ ਆਇਆ, ਜਾਂ ਐਡਮਿਸ਼ਨ ਨਹੀਂ ਮਿਲ ਰਹੀ ਹੋਊਗੀ ਜਾਂ ਕੰਸਲਟੈਂਟ ਨੇ ਉਹਨਾਂ ਨੂੰ ਕਿਵੇਂ ਗਾਈਡ ਕੀਤਾ, ਸਮਝ ਨਹੀਂ ਆਇਆ। ਜਿਹੜੇ ਪ੍ਰਾਈਵੇਟ ਕਾਲਜਸ ਆ, ਮੈਂ ਨਹੀਂ ਕਹਿੰਦੀ ਕਿ ਬੱਚੇ ਨੂੰ ਨਹੀਂ ਪਾਉਣਾ ਚਾਹੀਦਾ। ਪ੍ਰਾਈਵੇਟ ਕਾਲਜਸ ਬੱਚੇ ਨੂੰ ਅਸੀਂ ਉਸ ਲੈਵਲ 'ਤੇ ਗਾਈਡ ਕਰਦੇ ਹਾਂ, ਜਾਂ ਕੋਈ ਫੰਡਿੰਗ ਨੂੰ ਲੈ ਕੇ ਉਹਨੂੰ ਪ੍ਰੋਬਲਮ ਹੋਵੇ ਕਿ ਉਹ ਸਰਕਾਰੀ ਕਾਲਜ ਦੀ ਫੀਸ ਜ਼ਿਆਦਾ ਉਹ ਪੇ ਨਹੀਂ ਕਰ ਸਕਦਾ, ਜਾਂ ਕੋਈ ਅਦਰ ਪ੍ਰੋਬਲਮ ਹੋਵੇ, 1 ਚੋਂ 5.5 ਵਾਲੇ ਬੱਚੇ ਨੂੰ ਅੱਛਾ ਕਾਲਜ ਮਿਲ ਸਕਦਾ ਹੈ, SDS ਕਾਲਜ ਮਿਲ ਸਕਦਾ ਹੈ। ਔਰ ਜਿਹੜਾ ਬੱਚਾ ਇਹ 2 ਵਾਰ ਰਿਫਿਊਜ਼ਲ ਲੈ ਚੁੱਕਿਆ, ਤੀਜੀ ਵਾਰ ਉਹ ਪੁੱਛ ਰਿਹਾ ਮੇਰੀ ਰਿਫਿਊਜ਼ਲ ਤਾਂ ਨਹੀਂ ਆਊਗੀ, ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਰਿਫਿਊਜ਼ਲ ਦਾ ਰੀਜ਼ਨ ਆ ਰਿਹਾ, ਪਰਪਸ ਆਫ ਵਿਜ਼ਿਟ ਤੁਹਾਡੀ ਜਿਹੜੀ ਉਹ ਸਹੀ ਨਹੀਂ ਹੈ, ਵੀਜ਼ਾ ਅਫਸਰ ਸੈਟੀਸਫਾਈ ਨਹੀਂ ਹੈ, ਸਭ ਤੋਂ ਪਹਿਲਾਂ ਸਾਨੂੰ ਉਹਦਾ ਹੱਲ ਕੱਢਣਾ ਪਊਗਾ। ਸਾਨੂੰ ਸਭ ਤੋਂ ਪਹਿਲਾਂ ਕੇਪ ਨੋਟ ਤੇ ਜਾਵਾਂਗੇ ਆਪਾਂ ਇਸ ਬੱਚੇ ਤੇ। ਔਰ ਦੂਸਰੀ ਗੱਲ ਆ ਰਣਬੀਰ ਜੀ, ਜਦੋਂ ਵੀ ਬੱਚਾ ਐਵੇਂ ਦਾ 2 ਵਾਰ ਰਿਫਿਊਜ਼ ਹੁੰਦਾ, 3 ਵਾਰ ਰਿਫਿਊਜ਼ ਹੁੰਦਾ ਹੈ, ਸਾਨੂੰ SOP ਵੀ ਦੇਖਣੀ ਪੈਂਦੀ ਹੈ ਕਿ ਬੱਚੇ ਦੀ 2 ਵਾਰ SOP ਬਣਾ ਕੇ ਬੱਚੇ ਨੇ ਇੱਕ ਹੀ ਕੰਸਲਟੈਂਟ ਤੋਂ ਫਾਈਲ ਰੀਅਪਲਾਈ ਕਰਾਈ ਹੈ ਜਾਂ ਅਲੱਗ-ਅਲੱਗ ਕਰਾਈ ਹੈ। ਇਹ ਜਦੋਂ ਬੱਚਾ ਮੇਰੇ ਕੋਲ ਆਊਗਾ, ਪ੍ਰੋਪਰ ਪ੍ਰੋਫਾਈਲ ਲੈ ਕੇ ਆਊਗਾ, ਤਾਂ ਆਪਾਂ ਗਾਈਡ ਕਰ ਸਕਦੇ ਹਾਂ ਕਿ ਨੈਕਸਟ ਜਿਹੜਾ ਅਪਲਾਈ ਕਰਨਾ ਉਹਦੇ ਲਈ ਆਪਾਂ ਕੀ ਪਲੈਨਿੰਗ ਕਰਕੇ ਕਿਵੇਂ ਅਪਲਾਈ ਕਰੀਏ ਕਿ ਦੁਬਾਰਾ ਸਾਡੀ ਰਿਫਿਊਜ਼ਲ ਨਾ ਹੋਵੇ। ਜੀ ਹਾਂਜੀ, ਕੀ ਸਵਾਲ ਹੈ ਜੀ? ਹੈਲੋ ਹਾਂਜੀ ਸਰ, ਮੇਰੀ ਨਾ ਮੌਂਟਰੀਅਲ ਵਿੱਚ ਫਾਈਲ ਲੱਗੀ ਹੋਈ ਹੈ ਜੀ। ਹਾਂਜੀ, ਤੇ ਮੇਰਾ ਨਾ ਰਿਜ਼ਲਟ ਨਹੀਂ ਆ ਰਿਹਾ, ਵੀ ਮੈਨੂੰ ਕੀ ਕਰਨਾ ਚਾਹੀਦਾ ਹੈ? ਮੌਂਟਰੀਅਲ ਦੇ ਵਿੱਚ ਫਾਈਲ ਲੱਗੀ ਹੋਈ ਹੈ, ਵੇਟ ਹੀ ਕਰ ਸਕਦੇ ਹੋ ਗੁਰਪ੍ਰੀਤ ਜੀ, ਹੋਰ ਕੋਈ ਸੋਲੂਸ਼ਨ ਦੇਖਦੇ ਹੋ ਤੁਸੀਂ? ਮੌਂਟਰੀਅਲ ਦੇ ਵਿੱਚ ਰਣਬੀਰ ਜੀ ਦੇਖੋ, ਆਪਾਂ ਕਾਲਜ ਚੇਂਜ ਦਾ ਵੀ ਬੱਚਿਆਂ ਨੂੰ ਆਪਸ਼ਨ ਦਿੱਤਾ ਸੀ ਕਿ ਫਾਈਲ ਵਿਦਡਰਾਅ ਕਰਵਾ ਲਓ ਆਪਣੀ, ਕਿਉਂਕਿ ਜਿਹੜੇ ਬੱਚਿਆਂ ਦੇ ਰਿਜ਼ਲਟਸ ਨਹੀਂ ਡਿਕਲੇਅਰ ਹੋ ਰਹੇ, ਨਹੀਂ ਸਮਝ ਆ ਰਿਹਾ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ, ਤੇ ਉਹਨਾਂ ਦੇ ਬਿਹਾਵ ਤੇ ਜਾ ਕੇ ਆਪਾਂ ਇਹੀ ਸੁਜੈਸ਼ਨ ਦੇ ਰਹੇ ਹਾਂ ਕਿ ਤੁਸੀਂ ਫਾਈਲ ਵਿਦਡਰਾਅ ਕਰਾ ਲਓ, ਕਿਉਂਕਿ ਐਮਬੈਸੀ ਵੱਲੋਂ ਕੁਝ ਡਾਕੂਮੈਂਟਸ ਮੰਗੇ ਗਏ ਸੀਗੇ, ਜਿਹੜੀਆਂ ਪ੍ਰੋਫਾਈਲਸ ਦੇ ਡਾਕੂਮੈਂਟ ਅਪਲੋਡ ਹੋ ਗਏ ਕਿ ਅਪਰੋਕਸ ਉਹਨਾਂ ਪ੍ਰੋਫਾਈਲ ਦੇ ਜਿਹੜੇ ਰਿਜ਼ਲਟਸ ਨੇ ਉਹ ਡਿਕਲੇਅਰ ਹੋ ਗਏ ਨੇ। ਔਰ ਹੋ ਸਕਦਾ ਤੁਸੀਂ ਧਿਆਨ ਨਾ ਦਿੱਤਾ ਹੋਵੇ, ਜਾਂ ਕੋਈ ਤੁਸੀਂ ਡਾਕੂਮੈਂਟ ਜਿਹੜਾ ਐਮਬੈਸੀ ਨੇ ਮੰਗਿਆ ਹੋਵੇ ਟਾਈਮ ਤੇ ਨਾ ਦਿੱਤਾ ਹੋਵੇ, ਤੇ ਉਹਦੇ ਕਰਕੇ ਤੁਹਾਡਾ ਰਿਜ਼ਲਟ ਮੌਂਟਰੀਅਲ ਦਾ ਰੁਕਿਆ ਹੋਵੇ। ਬਾਕੀ ਰਿਜ਼ਲਟਸ ਬੱਚਿਆਂ ਦੇ ਕਲੀਅਰ ਹੋ ਰਹੇ ਨੇ। ਔਰ ਨਾਲ ਦੇ ਨਾਲ ਆਪਣੀ ਜਿਹੜੀ ਆ ਤੁਸੀਂ ਅਗਲੇ ਇਨਟੇਕ ਦੀ ਜਿਹੜੀ ਆਫਰ ਲੈਟਰ ਹੈ, ਜੇ ਤੁਸੀਂ ਵਿਡਰੋ ਨਹੀਂ ਕਰਨਾ ਤੇ ਆਪਣੀ ਜਿਹੜੀ ਆ ਆਫਰ ਲੈਟਰ ਅਗਲੇ ਇਨਟੇਕ ਦੀ ਮੰਗਾ ਕੇ ਰੱਖ ਲਓ, ਤਾਂ ਕਿ ਵੀਜ਼ਾ ਅਫਸਰ ਕੱਲ੍ਹ ਦੇ ਦਿਨ ਤੁਹਾਨੂੰ ਕੋਈ ਵੀ ਡਾਕੂਮੈਂਟ ਦੀ ਰਿਕੁਆਇਰਮੈਂਟ ਮੰਗਦਾ ਹੈ ਤੇ ਤੁਸੀਂ ਅਪਲੋਡ ਕਰ ਸਕੋ। ਕਿਉਂਕਿ ਜੇ ਉਹਨਾਂ ਦੀ ਗੱਲ ਕਰੀਏ, ਜਿਹੜੇ ਵਿਦਿਆਰਥੀ ਹੁਣ ਜਨਵਰੀ 'ਚ ਜਾਣਗੇ, ਐਡਮਿਸ਼ਨਸ ਵੈਸੇ ਬਹੁਤ ਫੁੱਲ ਹੋ ਗਈਆਂ, ਪਰ ਫਿਰ ਵੀ ਹਲੇ ਬਹੁਤ ਸਾਰੇ ਕਾਲਜਸ ਦੇ ਵਿੱਚ ਪੈਂਡਿੰਗ ਹੈਗੀਆਂ, ਸੀਟਸ ਪਈਆਂ ਨੇ, ਅਵੇਲੇਬਲ ਨੇ ਜੀ। ਦੂਸਰਾ ਮੁੱਦਾ ਆ ਜਾਂਦਾ ਜੀ ਮਈ ਔਰ ਜਨਵਰੀ ਦੇ ਵਿੱਚ ਜਿਹੜੇ ਬੱਚੇ ਦਾਖਲਾ ਲੈ ਰਹੇ ਨੇ, ਉਹਨਾਂ ਵਾਸਤੇ ਕੋਈ ਗਾਈਡਲਾਈਨਸ, ਕੋਈ ਟਿਪਸ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ? ਕਿਉਂਕਿ ਸਮੇਂ ਦੀ ਇੱਕ ਬਹੁਤ ਘਾਟ ਹੈਗੀ ਹੈ, ਉੱਪਰੋਂ ਕੋਵਿਡ ਹੈਗਾ, ਟਰੈਵਲ ਪ੍ਰੋਬਲਮ ਹੈਗੀਆਂ, ਉੱਪਰੋਂ ਸੀਟਸ ਬੁੱਕ ਹੁੰਦੀਆਂ ਜਾ ਰਹੀਆਂ ਜੀ। ਰਣਬੀਰ ਜੀ, ਬੱਚਿਆਂ ਦੀ ਸਭ ਤੋਂ ਪਹਿਲਾ ਮੁੱਦਾ ਇਹ ਹੈ ਕਿ ਅਸੀਂ ਆਈਲੈਟਸ ਦਾ ਜਿਹੜਾ ਪੇਪਰ ਆ ਨਾ ਉਹਨੂੰ ਕਲੀਅਰ ਕਰ ਲਈਏ। ਸਾਡਾ ਆਈਲੈਟਸ ਸਕੋਰ ਕੀ ਆਉਂਦਾ ਹੈ, ਅਸੀਂ ਉਹਦੇ ਹਿਸਾਬ ਨਾਲ ਆਪਣੀ ਆਫਰ ਲੈਟਰ ਮੰਗਾਵਾਂਗੇ। ਬਟ ਮੇਰੀ ਬੱਚਿਆਂ ਨੂੰ ਇਹ ਸੁਜੈਸ਼ਨ ਹੈ ਕਿ ਆਪਣੀ ਕੰਡੀਸ਼ਨਲ ਆਫਰ ਲੈਟਰ ਮੰਗਾ ਕੇ ਰੱਖ ਲਓ, ਤਾਂ ਕਿ ਤੁਹਾਡੇ ਹੱਥ 'ਚੋਂ ਜਨਵਰੀ ਇਨਟੇਕ ਸਕਿਪ ਨਾ ਹੋਵੇ। ਕਿਉਂਕਿ ਦੇਖੋ, ਆਪਾਂ ਦੇਖ ਰਹੇ ਹਾਂ ਕਿਸੇ ਦੇ 3 ਸਾਲ ਦਾ ਗੈਪ ਆ, 2 ਸਾਲ ਦਾ ਗੈਪ ਆ। ਸਭ ਤੋਂ ਪਹਿਲਾਂ ਕਮੀ ਪੇਸ਼ੀ ਜਿਹੜੀ ਇਹੀ ਸਾਡਾ ਜਦੋਂ ਗੈਪ ਵੱਜ ਜਾਂਦਾ ਹੈ, ਅਸੀਂ ਕਿਤੇ ਨਾ ਕਿਤੇ, ਜਿਵੇਂ ਰਣਬੀਰ ਜੀ ਨੇ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਇੱਕ ਪਿੱਲਰ ਜਿਹੜਾ ਤੁਹਾਡਾ ਜਿਹੜਾ ਮਜ਼ਬੂਤ ਜਿਹੜਾ ਹੋਣਾ ਚਾਹੀਦਾ ਹੈ, ਕਿ 4 ਪਿੱਲਰ ਆਪਾਂ ਕਮਜ਼ੋਰ ਕਰ ਲੈਨੇ, ਆਪਾਂ ਗੈਪ ਵੀ ਵਧਾ ਲੈਨੇ ਆ, ਆਈਲੈਟ ਸਕੋਰ ਵੀ ਸਾਡਾ ਕਈ ਵਾਰ ਘਟ ਜਾਂਦਾ ਹੈ, ਤੇ ਉਹਨਾਂ ਲੈਵਲ ਤੇ ਜਾ ਕੇ ਸਾਡੇ ਜਿਹੜੇ ਪਿੱਲਰ ਆ ਉਹ ਕਮਜ਼ੋਰ ਹੁੰਦੇ ਆ। ਅੱਜ ਆਪਾਂ ਹੁਣੇ +2 ਰੀਸੈਂਟ ਪਾਸ ਆਊਟ ਆ, ਕਿਤੇ ਨਾ ਕਿਤੇ ਸਾਡਾ ਪ੍ਰੋਫਾਈਲ ਜਿਹੜਾ ਹੈ ਠੀਕ ਹੈ, ਵਧੀਆ ਹੈ। ਜੇ ਬੱਚੇ ਦੇ ਇਸ ਪ੍ਰੋਫਾਈਲ ਤੇ 5.5 ਜਾਂ 1 ਚੋਂ 5.5 ਰਹਿੰਦੇ ਵੀ ਆ, ਤੇ ਉਹਦਾ ਕੋਈ ਨਾ ਕੋਈ ਆਲਟਰਨੇਟ ਹੈਗਾ ਕਿ ਬੱਚਾ ਦੁਬਾਰਾ ਆਈਲੈਟਸ ਪੇਪਰ ਦੇ ਦੇ। ਕੰਡੀਸ਼ਨਲ ਆਫਰ ਲੈਟਰ ਆਪਾਂ ਮੰਗਾ ਕੇ ਰੱਖ ਸਕਦੇ ਹਾਂ, ਤਾਂ ਕਿ ਬੱਚਾ ਜਨਵਰੀ ਇਨਟੇਕ ਨੂੰ ਸਕਿਪ ਨਾ ਕਰੇ। ਮਈ ਇਨਟੇਕ ਲਈ ਰੈਫਰ ਹੁੰਦਾ ਹੈ, ਫਿਰ ਮਈ ਤੋਂ ਬਾਅਦ ਸਤੰਬਰ ਆ ਜਾਂਦਾ ਹੈ, ਬੱਚੇ ਦਾ ਐਵੇਂ ਕਰਾ ਕੇ 1 ਸਾਲ ਖਰਾਬ ਹੋ ਜਾਂਦਾ ਹੈ। 1 ਸਾਲ ਦਾ ਗੈਪ ਪੈਣ ਤੋਂ ਬਾਅਦ ਕਿਤੇ ਨਾ ਕਿਤੇ ਰਣਬੀਰ ਜੀ, ਆਪਾਂ ਜਦੋਂ ਦੇਖਦੇ ਹਾਂ ਪ੍ਰੋਫਾਈਲ ਕਿਤੇ ਨਾ ਕਿਤੇ ਤਾਂ ਵੀਕ ਹੁੰਦੀ ਹੈ, ਕਿ ਵੀਜ਼ਾ ਅਫਸਰ ਦੇਖਦਾ ਹੈ ਕਿ ਲੈਂਗੁਏਜ ਕੋਰਸ ਤੇ ਤੁਸੀਂ 1 ਸਾਲ ਲਾ ਦਿੱਤਾ। ਤੇ ਇਹਨਾਂ ਚੀਜ਼ਾਂ ਦਾ ਆਪਾਂ ਖਾਸ ਧਿਆਨ ਰੱਖੀਏ, ਕਿਉਂਕਿ ਜਿਹੜੇ ਬੱਚੇ ਪਹਿਲਾਂ ਇਹਨਾਂ ਚੀਜ਼ਾਂ ਨੂੰ ਭੁਗਤ ਚੁੱਕੇ ਆ, ਆਪਾਂ ਅੱਗੇ ਇਹਨਾਂ ਚੀਜ਼ਾਂ ਨੂੰ, ਆਪਣੀਆਂ ਕਮੀਆਂ ਨੂੰ ਜਿਹੜੀਆਂ ਉਹਨਾਂ ਨੂੰ ਕਵਰ ਕਰਕੇ ਵੀਜ਼ਾ ਅਫਸਰ ਸਾਹਮਣੇ ਆਪਣੀ ਪ੍ਰੋਫਾਈਲ ਨੂੰ ਰਿਪਰੈਜ਼ੈਂਟ ਕਰੀਏ। ਜੀ ਗੁਰਪ੍ਰੀਤ, ਜਿਹੜਾ ਇੱਕ ਮੈਂ ਸਟਾਰਟਿੰਗ ਦੇ ਵਿੱਚ ਇਸ਼ੂ ਸੀਗਾ ਜੀ ਕਿ ਕਈਆਂ ਦੇ ਅਪਲਾਈ ਕੀਤਾ 2-3 ਮਹੀਨੇ ਜੀ ਸਾਰਾ ਕੁਝ ਵੀਜ਼ਾ ਹੋ ਕੇ ਹੱਥ 'ਚ ਆ ਜਾਂਦਾ, ਕਈਆਂ ਨੂੰ ਸਾਲ 1.5 ਸਾਲ ਹੋ ਗਿਆ। ਤੁਸੀਂ ਕੋਈ ਖਾਸ, ਕਿਉਂਕਿ ਤੁਸੀਂ ਵੀ ਕਾਫੀ ਸੈਂਕੜਿਆਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਦੀ ਤਾਦਾਦ 'ਚ ਐਪਲੀਕੇਸ਼ਨਾਂ ਲਾਉਂਦੇ ਰਹਿੰਦੇ ਹੋ, ਕਿ ਤੁਹਾਨੂੰ ਵੀ ਲੱਗੀ ਇਹ ਚੀਜ਼ ਕਿ ਕਈ ਵਾਰ ਕਿਸੇ ਪ੍ਰੋਵਿੰਸ ਦਾ ਰਿਜ਼ਲਟ ਨਹੀਂ ਆ ਰਿਹਾ, ਕਿਸੇ ਦਾ ਬੜਾ ਤੇਜ਼ੀ ਨਾਲ ਆ ਰਿਹਾ?
ਦੇਖੋ ਰਣਬੀਰ ਜੀ, ਮੈਂ ਪ੍ਰੋਵਿੰਸ ਦਾ ਰਿਜ਼ਲਟ ਨੂੰ ਮੇਰਾ ਜੋ ਐਕਸਪੀਰੀਅੰਸ ਆ, ਮੇਰਾ ਪੁਆਇੰਟ ਆਫ View ਆ, ਮੈਨੂੰ ਲੱਗਦਾ ਕਿ ਸਾਰੇ ਪ੍ਰੋਵਿੰਸ ਦੀ ਜਿਹੜੀ ਐਮਬੈਸੀ ਆ ਉਹ ਇੱਕੋ ਹੀ ਐਮਬੈਸਡਰ ਆ, ਉਹਨੇ ਸਾਡੇ ਰਿਜ਼ਲਟ ਕਿਊਬਿਕ ਦੇ ਦੇਣੇ। ਵਿੱਚ ਇੱਕ ਸਮੱਸਿਆ ਆਈ ਸੀ, ਜੀ ਕਾਲਜ ਸਕਰੂਟਨੀ ਚ ਆ ਗਏ, ਸਕਰੂਟਨੀ ਤੋਂ ਬਾਅਦ ਡੇਢ ਸਾਲ ਦੇਖੋ ਰਣਬੀਰ ਜੀ, ਕਿਊਬਿਕ ਦੇ ਵਿੱਚ ਜਿਹੜੇ ਕਾਲਜ ਇਨਕੁਆਰੀ ਦੇ ਵਿੱਚ ਆਏ ਸੀ, ਉਹਨਾਂ ਨੇ ਇਨਕੁਆਰੀ ਆਪਣੀ ਕਲੀਅਰ ਕਰ ਲਈ। ਬੱਚੇ ਦੀ ਪ੍ਰੋਫਾਈਲ ਔਰ ਕਾਲਜ ਰਿਜ਼ਲਟ ਨਹੀਂ ਆਏ ਹਲੇ ਵੀ, ਤੇ ਉਹਨਾਂ ਦੇ ਦੋਨਾਂ ਦੇ ਡਿਫਰੈਂਟ ਚੀਜ਼ਾਂ ਹੈ। ਕੈਨੇਡਾ ਕਾਲਜ ਦੇ ਜਿਹੜੇ ਰਿਜ਼ਲਟ ਆ, ਮੋਸਟਲੀ ਬੱਚਿਆਂ ਨੂੰ ਲੱਗਦਾ ਕਿ ਸਾਡੇ ਰਿਜ਼ਲਟ ਜਿਹੜੇ ਕੈਨੇਡਾ ਕਾਲਜ ਦੇ ਰੁਕੇ ਹੋਏ ਆ। ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਇਨਕੁਆਰੀ ਪਈ ਸੀਗੀ, ਉਸ ਇਨਕੁਆਰੀ 'ਚ ਜਦੋਂ ਵੀਜ਼ਾ ਅਫਸਰ ਨੇ ਉਹਨਾਂ ਨੂੰ ਕਾਲਜ ਨੂੰ ਮੇਲ ਕੀਤੀ ਕਿ ਇਹ ਬੱਚੇ ਦੀ ਤੁਹਾਡੇ ਕੋਲ ਐਡਮਿਸ਼ਨ ਹੋਈ ਆ, ਹੋ ਸਕਦਾ ਕਾਲਜ ਉਸ ਦਾ ਟਾਈਮ ਤੇ ਰਿਜ਼ਲਟ ਜਿਹੜਾ ਜਵਾਬ ਨਾ ਦੇ ਸਕਿਆ ਹੋਵੇ, ਉਹਨਾਂ ਰੀਜ਼ਨਸ ਕਰਕੇ ਤੁਹਾਡਾ ਜਿਹੜਾ ਰਿਜ਼ਲਟ ਡਿਲੇ ਹੋ ਗਿਆ ਹੋਵੇ। ਬਟ ਜੇ ਮੈਂ ਸਪੈਸੀਫਿਕ ਇੱਕ ਪ੍ਰੋਵਿੰਸ ਦੀ ਗੱਲ ਕਰਾਂ ਕਿ ਉਹਦਾ ਰਿਜ਼ਲਟ ਜਿਹੜਾ ਹੈ ਸਟਾਪ ਹੋਇਆ ਜਾਂ ਰੁਕਿਆ ਨਹੀਂ ਆਇਆ, ਵੀਜ਼ਾ ਅਫਸਰ ਅਟੈਂਸ਼ਨਲੀ ਕਰ ਰਿਹਾ, ਮੈਨੂੰ ਨਹੀਂ ਲੱਗਦਾ ਕਿ ਇਹ ਅਟੈਂਸ਼ਨਲੀ ਚੀਜ਼ਾਂ ਹੋ ਰਹੀਆਂ। ਇੱਕ ਸਿਸਟਮੈਟਿਕਲੀ ਤਰੀਕੇ ਨਾਲ ਦੇਖਿਆ ਜਾ ਸਕਦਾ ਕਿ ਕਾਲਜ ਨੂੰ ਮੇਲ ਗਈ ਕਿਸੇ ਵੀਜ਼ੇ ਬੱਚੇ ਦੀ ਇਨਕੁਆਰੀ ਲਈ, ਕਾਲਜ ਜਵਾਬ ਨਹੀਂ ਦੇ ਸਕਿਆ, ਉਸ ਕਰਕੇ ਚੀਜ਼ਾਂ ਜਿਹੜੀਆਂ ਉਹ ਡਿਲੇ ਹੋ ਸਕਦੀਆਂ। ਬਟ ਇੱਕ ਸਪੈਸੀਫਿਕ ਆਪਾਂ ਪ੍ਰੋਵਿੰਸ ਨੂੰ ਟਾਰਗੇਟ ਨਹੀਂ ਕਰ ਸਕਦੇ। ਜੀ ਅੱਛਾ, ਇਸ ਤੋਂ ਇਲਾਵਾ ਜੀ ਤੁਸੀਂ ਕਿਹਾ ਕਿ ਰਿਫਿਊਜ਼ਲ ਜਿਹੜੇ ਨੇ ਕੇਪਸ ਨੋਟ ਕਢਾਏ ਜਾਣ, ਜੀ ਮੈਂ ਥੋੜੀ ਜੀ ਹੋਰ ਪਾਸੇ ਜਾਊਂਗਾ ਇਸ ਵਾਰ। ਕਈ ਵਾਰ ਬੱਚਾ ਕਹਿੰਦਾ ਜੀ ਮੈਂ GIC ਦੇ ਨਾਲ ਮੇਰੇ ਥੋੜੇ ਫੰਡ ਵੀ ਸ਼ੋ ਕਰ ਦਿਓ ਜੀ, ਠੀਕ ਹੈ, ਜਾਂ ਮੇਰਾ ਕਾਲਜ ਚੇਂਜ ਕਰਕੇ ਦੇਖ ਲਓ, ਕਿਸੇ ਸਰਕਾਰੀ 'ਚ ਪਾ ਕੇ ਦੇਖ ਲਓ, ਜਾਂ ਅਟਲਾਂਟਿਕ ਵੱਲ ਚਲੇ ਜਾਓ ਜਿੱਧਰ ਸਕਸੈਸ ਰੇਟ ਨੂੰ ਲੈ ਕੇ ਸਰਕਾਰਾਂ ਵੀ ਇਸ ਚੀਜ਼ ਨੂੰ ਗੰਭੀਰ ਨੇ ਕਿ ਹਾਂ ਅਟਲਾਂਟਿਕ ਨੂੰ ਅਸੀਂ ਪ੍ਰਾਇੋਰਟੀ ਦੇਣੀ ਹੈਗੀ ਹੈ। ਸੋ ਬਦਲਾਅ, ਅਪਗ੍ਰੇਡੇਸ਼ਨਸ ਕੀ ਹੋਣੀ ਚਾਹੀਦੀਆਂ ਫਾਈਲ ਦੇ ਵਿੱਚ? ਦੇਖੋ ਰਣਬੀਰ ਜੀ, ਆਪਾਂ ਜੇ ਕੋਰਸ ਚੇਂਜ ਕਰਕੇ ਵੇਖ ਲਈਏ, ਆਪਾਂ ਥੋੜੇ ਫੰਡ ਇੰਕਰੀਜ਼ ਕਰਕੇ ਦੇਖ ਲਈਏ, ਮੇਰੇ ਹਿਸਾਬ ਨਾਲ ਆਪਾਂ ਤੁੱਕੇ ਮਾਰ ਰਹੇ ਹਾਂ। ਜੇ ਆਪਾਂ ਪ੍ਰੋਪਰ ਜਸਟੀਫਾਈ ਕਰਨਾ ਚੀਜ਼ਾਂ ਨੂੰ, ਵੀਜ਼ਾ ਅਫਸਰ ਦੇ ਸਾਹਮਣੇ ਅਸੀਂ ਵੀਜ਼ਾ ਲੈਣਾ ਹੈ, ਕੇਪ ਨੋਟ ਸਭ ਤੋਂ ਵਧੀਆ ਔਰ ਇੱਕ ਵੱਡਾ ਸੋਲਿਊਸ਼ਨ ਆ ਤੁਹਾਡੀ ਫਾਈਲ ਦੇ ਉੱਤੇ ਕਿ ਵੀਜ਼ਾ ਅਫਸਰ ਨੂੰ ਕਿੱਥੋਂ ਲੱਗਿਆ ਕਿ ਤੁਹਾਡੀ ਰਿਜੈਕਸ਼ਨ ਜਿਹੜੀ ਆ, ਵੀਜ਼ਾ ਅਫਸਰ ਨੂੰ ਕਿੱਥੋਂ ਫਾਈਲ ਵੀਕ ਲੱਗੀ, ਕਿਹੜੀ ਚੀਜ਼ ਕਰਕੇ ਵੀਜ਼ਾ ਅਫਸਰ ਜਿਹੜਾ ਉਹ ਸੈਟੀਸਫਾਈ ਨਹੀਂ ਹੋ ਸਕਿਆ। ਇੱਕ ਆਪਾਂ ਤੁੱਕੇ ਮਾਰਨ ਤੋਂ ਚੰਗਾ ਹੈ ਕਿ ਇੱਕ ਆਪਾਂ ਆਪਦਾ ਪੁਆਇੰਟ ਲੱਭ ਕੇ ਉਹਦੇ ਤੇ ਵਰਕਆਊਟ ਕਰਕੇ ਆਪਾਂ ਅਪਲਾਈ ਕਰੀਏ, ਤਾਂ ਕਿ ਆਪਾਂ 100% ਸ਼ੋਰ ਹੋਈਏ ਕਿ ਅਸੀਂ ਵੀਜ਼ਾ ਗ੍ਰਾਂਟ। ਉੱਥੇ ਆ ਜਾਏਗੀ ਨਾ ਗੱਲ ਕਿ ਸਾਨੂੰ ਕੇਪਸ ਨੋਟ ਕਢਾਉਣਾ ਹੀ ਪੈਣੇ ਨੇ। ਬਿਲਕੁਲ ਕੇਪਸ ਨੋਟ ਕਢਵਾਉਣਾ, ਮੈਂ ਇਹੀ ਤਾਂ ਬੱਚੇ ਨੂੰ, ਹਾਂ ਜੇ ਸਾਨੂੰ ਲੱਗਦਾ ਹੈ ਕਿ ਇਹਦਾ ਕੋਰਸ ਮਿਸਮੈਚ ਸੀ, ਇਹਦੇ ਕਰਕੇ ਰਿਫਿਊਜ਼ਲ ਹੈ, ਸਾਨੂੰ ਸ਼ੋਰਟੀ ਹੈ ਇਸ ਚੀਜ਼ ਦੀ ਕਿ ਵਾਕਈ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਵੀਜ਼ਾ ਅਫਸਰ ਨੇ ਇਸੇ ਰੀਜ਼ਨ ਕਰਕੇ ਇਹਨੂੰ ਰਿਫਿਊਜ਼ਲ ਦਿੱਤੀ ਆ, ਫਿਰ ਸਾਨੂੰ ਕੇਪ ਨੋਟ ਦੀ ਜ਼ਰੂਰਤ ਨਹੀਂ ਆ। ਅਦਰਵਾਈਜ਼ ਜਿਹੜੇ ਪ੍ਰੋਫਾਈਲ ਸਾਨੂੰ ਸਮਝ ਨਹੀਂ ਆ ਰਿਹਾ, ਬੱਚੇ ਨੂੰ ਸਮਝ ਨਹੀਂ ਆ ਰਿਹਾ ਕਿ ਮੇਰੀ ਰਿਫਿਊਜ਼ਲ ਦਾ ਇਹ ਰੀਜ਼ਨ ਕਿਉਂ ਦਿੱਤਾ, ਉਹ ਬੱਚੇ ਨੂੰ ਕੇਪ ਨੋਟ ਕਢਵਾਉਣਾ ਇੰਪੋਰਟੈਂਟ ਆ, ਬਹੁਤ ਇੰਪੋਰਟੈਂਟ ਆ ਵੀਜ਼ਾ ਲੈਣ ਲਈ। ਕੋਈ ਖਾਸ ਗੱਲ ਜਿਹੜੀ ਮੈਂ ਨਹੀਂ ਪੁੱਛ ਪਾਇਆ, ਜਿਹਨਾਂ ਨੇ ਜਨਵਰੀ ਲਈ ਜਾਣਾ, ਅਪਲਾਈ ਕਰਨਾ ਹੈ, ਕਿਉਂਕਿ ਬੱਚੇ ਦੇ ਮਨ 'ਚ ਇੱਕ ਬੜੀ ਧਾਰਨਾ ਬਣੀ ਹੁੰਦੀ ਹੈ ਬੜਾ ਦੂਰ ਹੈ ਜੀ ਜਨਵਰੀ, ਜਾਂ ਮਈ ਬੜਾ ਦੂਰ ਹੈ ਜੀ, ਕਿਉਂਕਿ ਜਦੋਂ ਸਾਲ ਦੀ ਗੱਲ ਹੁੰਦੀ ਹੈ 20 ਤੇ 21 'ਚ ਆ ਜਾਣਾ। ਤੇ ਕੰਸਲਟੈਂਟਸ ਵਿਚਾਰਾ ਬੜਾ ਕਹਿੰਦਾ ਕਿ ਜਲਦੀ ਅਪਲਾਈ ਕਰ ਲਓ, ਬੱਚਿਆਂ ਨੂੰ ਲੱਗਦਾ ਕਈ ਵਾਰੀ ਕਿ ਇਹ ਕੋਈ ਆਪਣੇ ਫਾਇਦੇ ਦੀ ਗੱਲ ਕਰ ਰਿਹਾ, ਜਦੋਂ ਕਿ ਪ੍ਰੋਬਲਮ ਇਜ਼ ਦੈਟ ਕਿ ਜਦੋਂ ਵਿਦਿਆਰਥੀ ਜਾਂਦਾ ਹੈ, ਆਫਰ ਆਉਂਦੀ ਹੈ, GIC ਖੁੱਲਦਾ ਹੈ, ਅਪਲਾਈ ਹੁੰਦਾ ਹੈ, ਕੋਵਿਡ ਕਰਕੇ ਰਿਜ਼ਲਟ ਡਿਲੇ ਹੋ ਗਿਆ, ਫਿਰ ਡੈਫਰਡਸ ਵੱਲ ਦੌੜਦਾ ਬੱਚਾ। ਇਸ ਤੋਂ ਇਲਾਵਾ ਜਾਂ ਇਸ ਦੇ ਨਾਲ ਕੋਈ ਖਾਸ ਟਿਪਸ ਤੁਹਾਡੇ ਕੋਲ? ਖਾਸ ਟਿਪਸ ਰਣਬੀਰ ਜੀ ਇਹ ਆ ਬੱਚੇ ਨੂੰ ਕਿ ਆਪਣਾ ਅਪਲਾਈ ਟਾਈਮ ਤੇ ਕਰ ਲਓ, ਡਿਲੇ ਨਾ ਕਰੋ। ਜਿਹੜੇ ਬੱਚੇ ਜਨਵਰੀ ਇਨਟੇਕ ਲਈ ਜਾਣਾ ਚਾਹੁੰਦੇ ਆ, ਆਪਣੀ ਕੰਡੀਸ਼ਨਲ ਆਫਰ ਲੈਟਰ ਦੇ ਕੋਈ ਵੀ ਚਾਰजेस ਨਹੀਂ ਆ, ਬੱਚੇ ਜਿਹੜੇ ਆ ਕੰਡੀਸ਼ਨਲ ਆਫਰ ਲੈਟਰ ਮੰਗਾ ਕੇ ਰੱਖ ਸਕਦੇ ਆ। ਆਪਣੀ ਆਈਲੈਟਸ ਸਕੋਰ ਜਿਹੜਾ ਤੁਸੀਂ ਇਨਕਰੀਜ਼ ਕਰ ਰਹੇ ਆ, ਨਾਲ ਦੀ ਨਾਲ ਆਪਣੀ ਪ੍ਰੋਫਾਈਲ ਨੂੰ ਜ਼ਰੂਰ ਸਮਝੋ ਕਿ ਅਸੀਂ ਵੀਜ਼ਾ ਅਫਸਰ ਦੇ ਸਾਹਮਣੇ ਕਿਹੜੀਆਂ ਚੀਜ਼ਾਂ ਰਿਪਰੈਜ਼ੈਂਟ ਕਰਨੀਆਂ। ਇਕੱਲੇ ਆਈਲੈਟਸ ਸਕੋਰ ਨੂੰ ਅਸੀਂ ਰਿਪਰੈਜ਼ੈਂਟ ਵੀ ਨਹੀਂ ਕਰਕੇ ਵੀਜ਼ਾ ਗ੍ਰਾਂਟ ਕਰਾ ਸਕਦੇ, ਸਾਡੇ ਫਾਈਨੈਂਸ਼ੀਅਲ, ਸਾਡੇ ਅਦਰ ਜਿਹੜੇ ਡਾਕੂਮੈਂਟਸ ਆ, GIC ਅਸੀਂ ਕਿਵੇਂ ਕਰਾਉਣਾ ਹੈ, GIC ਸਰਟੀਫਿਕੇਟ ਸਾਡਾ ਕਿੰਨੇ ਦਿਨ 'ਚ ਆ ਜਾਊਗਾ, ਜਿਹੜੇ ਹੋਰ ਡਾਕੂਮੈਂਟ ਫਾਈਲ ਦੇ ਨਾਲ ਲੱਗਣੇ ਆ ਉਹਨਾਂ ਨੂੰ ਕਿਵੇਂ ਰੈਡੀ ਕਰਨਾ ਹੈ। ਸਭ ਤੋਂ ਵੱਡਾ ਰੋਲ ਪਲੇ ਕਰਦੀ ਹੈ ਸਟੇਟਮੈਂਟ ਆਫ ਪਰਪਸ। ਸਟੇਟਮੈਂਟ ਆਫ ਪਰਪਸ ਜਦੋਂ ਵੀਜ਼ਾ ਅਫਸਰ ਤੁਹਾਡਾ ਪੜ੍ਹਦਾ, ਉਹਦੇ ਉੱਪਰ ਤੁਹਾਡੀ ਸਾਰੀ ਫਾਈਲ ਘੁੰਮ ਰਹੀ ਹੁੰਦੀ ਆ, ਉਹਦੇ ਤੇ ਵਰਕਆਊਟ ਕਰਨਾ। ਅਸੀਂ ਹਰ ਚੀਜ਼ ਦਾ ਧਿਆਨ ਰੱਖ ਕੇ ਵੀਜ਼ਾ ਗ੍ਰਾਂਟ ਕਰਾਈਏ। ਜੋ ਗਲਤੀਆਂ ਸਾਡੇ ਪਹਿਲਾਂ ਬੱਚਿਆਂ ਨੇ ਕੀਤੀਆਂ, ਆਈਲੈਟਸ ਤੇ 6 ਮਹੀਨੇ ਲਾ ਕੇ 1 ਸਾਲ ਦਾ ਗੈਪ ਪਾਉਣ ਤੋਂ ਬਾਅਦ ਫਿਰ ਅਸੀਂ ਵੀਜ਼ਾ ਅਫਸਰ ਦੇ ਸਾਹਮਣੇ ਫਿਰ 2 ਚੋਂ 5.5 ਤੇ ਫਾਈਲ ਜਿਹੜੀ ਆ ਅਪਲੋਡ ਕਰਦੇ ਆ, ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਅਸੀਂ ਵੀਕ ਪੁਆਇੰਟ ਆਪਣਾ ਜਿਹੜਾ ਉਹ ਦੇ ਰਹੇ ਆ। ਕਿਉਂਕਿ ਜੋ 2 ਮਹੀਨੇ 3 ਮਹੀਨੇ 'ਚ ਤੁਸੀਂ ਤਿਆਰੀ ਕਰਕੇ ਆਈਲੈਟਸ ਦਾ ਪੇਪਰ ਦੇ ਦਿੱਤਾ, 3 ਵਾਰ 'ਚ ਜਿਹੜਾ ਰਿਜ਼ਲਟ ਆ ਗਿਆ, ਮੈਨੂੰ ਨਹੀਂ ਲੱਗਦਾ 10 ਵਾਰ ਆਈਲੈਟਸ ਪੇਪਰ ਜਿਹੜਾ ਤੁਹਾਨੂੰ 4 ਵਾਰ 5 ਵਾਰ 7 ਵਾਰ ਦੇਣਾ ਚਾਹੀਦਾ ਹੈ, ਕਿਉਂਕਿ ਉਹਦੇ ਨਾਲ ਤੁਹਾਡਾ ਗੈਪ ਵੱਧਦਾ ਹੈ। ਇੱਕ ਕਮੀ ਨੂੰ ਤੁਸੀਂ ਪੂਰਾ ਕਰਦੇ ਹੋ ਤੇ ਦੂਸਰੀ ਕਮੀ ਤੁਹਾਡੀ ਨਾਲ ਰੈਡੀ ਹੋ ਰਹੀ ਹੁੰਦੀ ਆ। ਤੇ ਖਾਸ ਧਿਆਨ ਦਿਆ ਕਰੋ ਕਿ ਅਸੀਂ ਟਾਈਮ ਤੇ ਅਪਲਾਈ ਕਰਕੇ ਆਪਣਾ ਵੀਜ਼ਾ ਪ੍ਰਾਪਤ ਕਰ ਸਕੀਏ। ਰੁਪਏ ਜੀ ਸ਼ੁਕਰੀਆ ਸਟੂਡੀਓ ਦੇ ਵਿੱਚ ਆਏ, ਔਰ ਦਰਸ਼ਕਾਂ ਦਾ ਵੀ ਧੰਨਵਾਦ, ਤੁਸੀਂ ਸਾਨੂੰ ਸਵਾਲ ਪੁੱਛਦੇ ਹੋ, ਸਾਡੇ ਵੀ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ। ਉਮੀਦ ਕਰਾਂਗੇ ਜਿਨ੍ਹਾਂ ਨੇ ਸਵਾਲ ਪੁੱਛੇ ਉਹ ਸੈਟੀਸਫਾਈਡ ਹੋਣਗੇ, ਔਰ ਜਿਨ੍ਹਾਂ ਦੀ ਕਾਲ ਨਹੀਂ ਲੱਗ ਪਾਈ ਉਹਨਾਂ ਤੋਂ ਮਾਫੀ ਚਾਹਾਂਗੇ। ਤੁਸੀਂ ਸ਼ੋਅ ਦੇ ਦੌਰਾਨ 95 959
93 377 ਦੇ ਉੱਪਰ ਕਾਲ ਕਰ ਸਕਦੇ ਹੋ, ਜਾਂ ਸ਼ੋਅ ਤੋਂ ਬਾਅਦ ਵੀ ਕਿਸੇ ਵੀ ਵੇਲੇ ਤੁਸੀਂ CFC ਦੀ ਟੀਮ ਦੇ ਨਾਲ ਆਪਣਾ ਸੰਪਰਕ ਜਾਂ ਰਾਬਤਾ ਜਿਹੜਾ ਹੈਗਾ ਉਹ ਬਣਾ ਸਕਦੇ ਹੋ। ਹੁਣ ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।